ਸਤਿ ਸ਼੍ਰੀ ਅਕਾਲ ਜੀ। ਰੂਹ ਦੇ ਲਫ਼ਜ਼ ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦਾ ਅਧਿਆਇ 9। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਅਧਿਆਇ। ਔਰ ਸਿੰਘ ਥੇ ਜੋ ਮਰੇ ਉਹ ਸਭ ਸਕੈ ਗਨਾਏ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੇ ਰੁਕੀ ਨਹੀਂ ਗੱਲ। ਸਿੰਘਾਂ ਨਾਲ ਖਾਨ ਬਹਾਦਰ ਦਾ ਵੈਰ ਸਗੋਂ ਹੋਰ ਵੱਧ ਗਿਆ। ਉਹ ਖਾਲਸੇ ਨੂੰ ਵੇਖ ਨਹੀਂ ਸੀ ਸੁਹਾਉਂਦਾ। ਹਾਕਮ ਇਸੇ ਤਰ੍ਹਾਂ ਕਰਦੇ ਹੁੰਦੇ ਹਨ। ਬਾਗੀਆਂ ਨਾਲ ਬਾਦਸ਼ਾਹਾਂ ਦੀ ਨਫ਼ਰਤ ਜਗ ਜ਼ਾਹਰ ਹੈ। ਸੰਸਾਰ ਦੀ ਤਵਾਰੀਖ ਐਸੀਆਂ ਮਿਸਾਲਾਂ ਨਾਲ ਭਰੀ ਪਈ ਹੈ, ਪਰ ਜ਼ਕਰੀਏ ਨੇ ਜਿਵੇਂ ਸਿੰਘਾਂ ਨਾਲ ਕੀਤਾ, ਉਸ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ। ਗਿਣਤੀ ਤੋਂ ਬਾਰੇ ਸਿੰਘ ਸ਼ਹੀਦ ਕੀਤੇ ਗਏ। ਗਿਣਤੀ ਤਾਂ ਉਹਨਾਂ ਚਰਖੜੀਆਂ ਦੀ ਹੀ ਨਹੀਂ ਕੀਤੀ ਜਾ ਸਕਦੀ ਸੀ ਜੋ ਸਿੰਘਾਂ ਦੇ ਕਤਲ ਲਈ ਲਾਹੌਰ ਵਿੱਚ ਬੀੜੀਆਂ ਹੋਈਆਂ ਸਨ। ਫਾਂਸੀ ਦੇ ਤਖਤਿਆਂ ਦੀ ਕੋਈ ਗਿਣਤੀ ਨਹੀਂ ਸੀ। ਬਹੁਤ ਸਿੰਘ ਤੋਪਾਂ ਅੱਗੇ ਖੜਾ ਕੇ ਗੋਲਿਆਂ ਨਾਲ ਉਡਾਏ ਗਏ। ਬਾਹਾਂ ਉੱਚੇ ਟਾਹਣਿਆਂ ਨਾਲ ਬੰਨ੍ਹ ਕੇ ਢਿੱਡ ਵਿੱਚ ਕਟਾਰ ਨਾਲ ਸੁਰਾਖ ਕਰ ਦਿੱਤਾ ਜਾਂਦਾ ਤੇ ਹੌਲੀ-ਹੌਲੀ ਸਿੰਘ ਦੇ ਸਰੀਰ ਦਾ ਸਾਰਾ ਲਹੂ ਵਹਿ ਜਾਂਦਾ ਤੇ ਉਹ ਸ਼ਹਾਦਤ ਪਾ ਜਾਂਦਾ। ਸਿਰਾਂ ਵਿੱਚ ਮੂੰਗਲੀਆਂ ਮਾਰ ਕੇ ਲਲੇਰਾਂ ਵਾਂਗ ਸਿਰ ਫੇਹੇ ਗਏ। ਭਾਰੇ ਪੱਥਰ ਨਾਲ ਬੰਨ੍ਹ ਕੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ। ਘੋੜਿਆਂ ਮਗਰ ਪਾ ਕੇ ਘਸੀਟੇ ਜਾਂਦੇ ਤੇ ਸ਼ਰਾਬੀ ਹਾਥੀਆਂ ਮੂਹਰੇ ਸਿੱਟੇ ਜਾਂਦੇ। ਇਹੀ ਉਹ ਸਮਾਂ ਸੀ ਕਿ ਜਦੋਂ ਮਾਤਾ ਜੀ ਨੂੰ ਪੁੱਛਿਆ ਜਾਂਦਾ, ਕਿੰਨੇ ਪੁੱਤਰ ਨੇ ਮਾਤਾ ਤੇਰੇ? 4 ਸੀ ਭਾਈ, ਪਰ ਹੁਣ 3 ਹੀ ਰਹਿ ਗਏ ਨੇ ਤੇ ਚੌਥਾ ਸਿੰਘ ਸੱਜ ਗਿਆ ਹੈ। ਉਸ ਦੀ ਜ਼ਿੰਦਗੀ ਦਾ ਕੀ ਇਤਬਾਰ? ਘੜੀ ਦੀ ਪ੍ਰਾਹੁਣੀ ਹੈ ਕਿ ਪਲ ਦੀ? ਜ਼ਕਰੀਆ ਆਪਣੇ ਨੌਜਵਾਨ ਮੁਗਲ ਸਿਪਾਹੀਆਂ ਦੇ ਮੁਕਾਬਲੇ ਕਰਵਾਉਂਦਾ। ਕਈ ਸਿੰਘ ਇਕੱਠੇ ਪੰਗਤਾਂ ਬਣਾ ਕੇ ਧੜਾਂ ਤੀਕ ਮਿੱਟੀ ਵਿੱਚ ਗੱਡ ਦਿੱਤੇ ਜਾਂਦੇ। ਫਿਰ ਤਲਵਾਰਾਂ ਫੜਾ ਕੇ ਸਿਪਾਹੀਆਂ ਨੂੰ ਕਿਹਾ ਜਾਂਦਾ ਕਿ ਜੋ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਸਿੰਘਾਂ ਦੇ ਸਿਰ ਵੱਢੇਗਾ, ਉਸ ਨੂੰ ਇਨਾਮ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਕੀਤਾ ਜਾਂਦਾ। ਬਹੁਤੇ ਸਿਰ ਵੱਢਣ ਵਾਲੇ ਸਿਪਾਹੀਆਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ। ਤੂੰ ਕਿੰਨੇ ਸਿਰ ਵੱਢੇ? 1 ਮੁੰਦਰੀ ਦੀ ਕੀਮਤ ਜਿੰਨੇ। ਤੂੰ 1 ਬਾਜੂਬੰਦ ਦੇ ਮੁੱਲ ਦੇ ਤੇ ਤੂੰ 1 ਹਾਰ ਪ੍ਰਾਪਤ ਕਰਨ ਜੋਗੇ। ਮੁਗਲ ਸਿਪਾਹੀਆਂ ਵਿੱਚ ਐਸੀਆਂ ਗੱਲਾਂ ਚੱਲਦੀਆਂ। ਇਸੇ ਤਰ੍ਹਾਂ ਬਾਹਾਂ ਵੱਢਣ ਦੇ, ਲੱਤਾਂ ਤੋੜਨ ਦੇ ਤੇ ਅੱਖਾਂ ਕੱਢਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ। ਭਾਈ ਮਨੀ ਸਿੰਘ ਜੀ ਦੇ ਇੱਕ ਭਰਾ ਦੀ ਖੱਲ ਲਾਹੀ ਗਈ ਤੇ ਪੁੱਤਰਾ ਚਿੱਤਰ ਸਿੰਘ ਗੁਰਬਖਸ਼ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ। ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਸਿੰਘ ਕਿੰਨੇ ਕੁ ਤਰੀਕੇ ਦੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ। ਕੇਸਾਂ ਵਾਲਾ ਕੋਈ ਵੀ ਮਿਲਿਆ, ਮਾਰ ਦਿੱਤਾ ਗਿਆ। ਸਾਫ਼ ਹੋ ਗਿਆ ਸੀ ਕਿ ਜ਼ਕਰੀਆ ਕਿਸੇ ਕੇਸਾਂ ਵਾਲੇ ਨੂੰ ਜਿਉਂਦਾ ਨਹੀਂ ਛੱਡੇਗਾ। ਇਨਾਮ ਪ੍ਰਾਪਤ ਕਰਨ ਦੇ ਲਾਲਚ ਵਿੱਚ ਲੋਕ ਕਿਤੇ ਵੀ ਕੋਈ ਸਿੱਖ ਦਿਸਦਾ, ਉਸ ਦੀ ਸੂਹ ਨਵਾਬ ਨੂੰ ਪਹੁੰਚਾ ਦਿੰਦੇ। ਜ਼ਕਰੀਆ ਨੇ ਆਪਣੇ ਅਧਿਕਾਰ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਹੋਕਾ ਦਵਾ ਦਿੱਤਾ ਸੀ ਕਿ ਜੋ ਵੀ ਸਿੱਖ ਦੀ ਦੱਸ ਪਾਵੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ। ਪਰ ਧੰਨ ਹੈ ਗੁਰੂ ਕਾ ਖਾਲਸਾ, ਜੋ ਇਸ ਸਮੇਂ ਨੂੰ ਵੀ ਬਿਪਤਾ ਦਾ ਸਮਾਂ ਨਹੀਂ ਆਖਦਾ ਤੇ ਗੁਰੂ ਦਾ ਪੱਲਾ ਨਹੀਂ ਛੱਡਦਾ। ਐਸੇ ਬਿਖੜੇ ਸਮੇਂ ਵਿੱਚ ਤਾਂ ਸਗੋਂ ਉਹ ਪੱਲਾ ਹੋਰ ਕੱਸ ਕੇ ਫੜ ਲੈਂਦਾ ਹੈ। ਖਾਲਸਾ ਜੀ, ਇੱਕ ਦਰਗਾਹ ਸਭ ਦੁਨਿਆਵੀ ਅਦਾਲਤਾਂ ਤੇ ਕਚਹਿਰੀਆਂ ਤੋਂ ਉੱਤੇ ਹੈ। ਅਸਲੀ ਨਿਆਂ ਉੱਥੇ ਹੋਣਾ ਹੈ। 5ਵੇਂ ਸਤਿਗੁਰ ਅਕਾਲ ਬਾਣੀ ਵਿੱਚ ਫਰਮਾਉਂਦੇ ਹਨ, ਗਰੀਬਾ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਪੂਰਾ ਨਿਆਓ ਕਰੇ ਕਰਤਾਰ, ਆਪਣੇ ਦਾਸ ਕਿਉ ਰਾਖਣ ਹਾਰ। ਰਹਾਓ। ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਪਜ ਵੱਡ ਤਾਪ। ਤਿਨ ਮਾਰਿਆ ਜੈ ਰਖੈ ਨ ਕੋਇ, ਆਗੈ ਪਾਛੈ ਮੰਦੀ ਸੋਏ। ਆਪਣੇ ਦਾਸ ਰੱਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਧਿਆਏ। ਪਾਪੀਆਂ ਨੂੰ ਦੰਡ ਤੇ ਧਰਮੀਆਂ ਦਾ
ਆਖਰ ਨੂੰ ਜੈਕਾਰਾ ਹੋਣਾ ਹੀ ਹੈ। ਖਾਲਸਾ ਅਰਦਾਸ 'ਤੇ ਟੇਕ ਰੱਖੀ। ਜੰਗਲ ਵਿੱਚ ਸਿੰਘਾਂ ਦੇ ਇੱਕ ਜੱਥੇ ਨੇ ਮਿਲ ਕੇ ਅਰਦਾਸ ਕੀਤੀ। ਖਾਲਸੇ ਦੀ ਮਨੌਤ ਹੈ ਕਿ ਅਰਦਾਸ ਨੇ ਧੁਰ ਦਰਗਾਹ ਜਾ ਕੇ ਦਸਤਕ ਦਿੱਤੀ ਤੇ ਅਕਾਲ ਪੁਰਖ ਨੇ ਖਲਕਤ 'ਤੇ ਹੁੰਦੇ ਜ਼ੁਲਮਾਂ ਦਾ ਉਲਾਂਭਾ ਉਮਤ ਦੇ ਪੈਗੰਬਰ ਨੂੰ ਦਿੱਤਾ। ਪੰਜਾਬ ਵਿੱਚ ਹੋ ਰਹੇ ਜ਼ੁਲਮਾਂ ਦੀ ਗੱਲ ਦਰਗਾਹ ਵਿੱਚ ਹੋਣ ਲੱਗੀ। ਸਿੰਘਾਂ ਦਾ ਇਹ ਮੰਨਣਾ ਸੀ ਕਿ ਉਸ ਦਿਨ ਪਰਮੇਸ਼ਰ ਨੇ ਮੁਗਲਾਂ ਤੋਂ ਰਾਜ ਖੋਹ ਕੇ ਪੰਥ ਵੱਲ ਨੂੰ ਕਰ ਦਿੱਤਾ ਤੇ ਨਾਲ ਹੀ ਮੁਗਲਾਂ ਨੂੰ ਕਿਹਾ ਕਿ ਜਾਓ ਆਪਸ ਵਿੱਚ ਲੜ ਲੜ ਕੇ ਮਰੋ। ਖਾਲਸੇ ਦਾ ਇਹ ਵਿਸ਼ਵਾਸ ਵੀ ਹੈ ਕਿ ਇਸੇ ਅਰਦਾਸ ਕਰਕੇ ਹੀ ਤੁਰਕਾਂ ਦੀ ਆਪਸੀ ਖਿੱਚੋਤਾਣ ਸ਼ੁਰੂ ਹੋਈ ਤੇ ਕਈ ਸੂਬੇ ਦਿੱਲੀ ਤੋਂ ਬਾਗੀ ਹੋ ਗਏ। ਆਪਸੀ ਪਾਟੋ ਧਾੜ ਵਿੱਚ ਹੀ ਉਹਨਾਂ ਨੇ ਨਾਦਰ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਦਿੱਤਾ। ਜ਼ਕਰੀਏ ਨੂੰ ਨਾਦਰ ਦਾ ਲਾਹੌਰ ਦਾ ਗੇੜਾ 3 ਕਰੋੜ ਵਿੱਚ ਪਿਆ। ਸਭ ਪਾਸੇ ਮਾਰੋ ਮਾਰ ਹੋ ਗਈ ਕਿ ਨਾਦਰ ਆ ਗਿਆ ਹੈ, ਨਾਦਰ ਆ ਗਿਆ ਹੈ। ਇੱਧਰ ਜ਼ਕਰੀਆ ਸਿੰਘਾਂ ਵੱਲੋਂ ਜਰਾ ਅਵੇਸਲਾ ਹੋਇਆ ਤੇ ਉੱਧਰ ਸਿੰਘਾਂ ਦਾ ਦਾ ਲੱਗ ਗਿਆ। ਉਹਨਾਂ ਨੇ ਚਨਾਬ ਤੇ ਰਾਵੀ ਦੀਆਂ ਝੱਲਾਂ ਵਿੱਚੋਂ ਨਿਕਲ ਕੇ ਕਾਬਲ ਤੋਂ ਊਠਾਂ, ਖੱਚਰਾਂ ਤੇ ਲੱਦੇ ਮੇਵੇ ਲੁੱਟ ਲਏ। ਕਿਸੇ ਛੋਟੇ ਕਾਫਲੇ ਦਾ ਸਮਾਨ ਤਾਂ ਸਣੇ ਊਠ ਘੋੜੇ ਹੀ ਲੁੱਟ ਲਿਆ। ਨਾਦਰ ਦੇ ਮਗਰ ਜੋ ਰਾਸ਼ਨ ਆ ਰਿਹਾ ਸੀ, ਜੋ ਮਾਲ ਅਸਬਾਬ ਨਾਦਰ ਇੱਧਰੋਂ ਕਾਬਲ ਭੇਜ ਰਿਹਾ ਸੀ, ਕਿਸੇ ਵੀ ਵਪਾਰੀ ਤੇ ਸੁਦਾਗਰ ਦਾ ਸਮਾਨ ਜੋ ਇੱਧਰੋਂ ਉੱਧਰ ਜਾਂ ਉੱਧਰੋਂ ਇੱਧਰ ਆ ਰਿਹਾ ਸੀ, ਐਸਾ ਨਹੀਂ ਹੋਵੇਗਾ ਜਿਸ ਨੂੰ ਸਿੰਘਾਂ ਦੇ ਹੱਥ ਨਾ ਲੱਗੇ ਹੋਣ। ਕਾਬਲ ਕੰਧਾਰ ਤੋਂ ਲਾਹੌਰ ਆਉਂਦੇ ਤੇ ਲਾਹੌਰੋਂ ਕਾਬਲ ਜਾਂਦੇ ਕੋਈ ਰਾਹ ਐਸੇ ਰਸਤੇ ਨਹੀਂ ਸਨ ਜਿਨ੍ਹਾਂ ਦੇ ਸਿੰਘ ਭੇਤੀ ਨਹੀਂ ਸਨ। ਲਾਹੌਰ ਦਿੱਲੀ ਜਾਂਦਾ ਕਰਨਾਲ, ਜਲੰਧਰ ਵਾਲਾ ਰਸਤਾ, ਡੱਬਵਾਲੀ ਵਾਲਾ ਰਾਹ, ਤਲਵਣ ਵਾਲਾ, ਗੱਲ ਕੀ ਹਰ ਰਾਹ ਉੱਤੇ ਸਿੰਘ ਮੋਰਚੇ ਮੱਲ ਕੇ ਬੈਠੇ ਸਨ। ਖਾਲਸੇ ਦੇ ਹੱਥ ਰਾਸ਼ਨ ਪਾਣੀ ਦੇ ਨਾਲ ਧਨ ਪਦਾਰਥ ਵੀ ਲੱਗਣ ਲੱਗਾ। ਚੰਗੇ ਘੋੜੇ, ਵਧੀਆ ਬਸਤਰ, ਗਹਿਣੇ, ਨਕਦੀ ਸਭ ਵਿੱਚੋਂ ਸਿੰਘਾਂ ਆਪਣਾ ਬਣਦਾ ਹਿੱਸਾ ਲੁੱਟ ਲਿਆ। ਹਾਲਾਤ ਇਹ ਹੋਈ ਪਈ ਹੈ ਕਿ ਹਿੰਦੁਸਤਾਨ ਦਾ ਮਾਲ ਤਾਂ ਸਿੰਘ ਬਾਹਰ ਜਾਣ ਹੀ ਨਹੀਂ ਦਿੰਦੇ ਤੇ ਸਗੋਂ ਉੱਧਰ ਆਉਂਦਾ ਵੀ ਲੁੱਟ ਲੈਂਦੇ ਹਨ। ਸੱਚੇ ਪਾਤਸ਼ਾਹ ਨੇ ਆਪ ਰਾਸ਼ਨ ਪਾਣੀ ਸਾਡੇ ਲਈ ਘੱਲਿਆ ਹੈ। ਤੁਰਕ ਲੜ ਮੜ ਰਹੇ ਹਨ ਤੇ ਖਾਲਸੇ ਦੇ ਲੋਹ ਲੰਗਰ ਤਪ ਰਹੇ ਹਨ ਤੇ ਮਿਲ ਬੈਠ ਕੇ ਛਕੇ ਛਕਾਏ ਜਾ ਰਹੇ ਹਨ। ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ। ਮਹਾਰਾਜ ਨੇ ਖੇਡ ਰਚੀ ਹੈ ਸਾਰੀ ਖਾਲਸਾ ਜੀ, ਬੜੀਆਂ ਸ਼ਕਤੀਆਂ ਹਨ ਅਰਦਾਸ ਵਿੱਚ। ਕੋਈ ਹੋਰ ਸਿੰਘ ਬੋਲਦਾ ਹੈ, ਇਹ ਪੰਥ ਕਲਗੀਧਰ ਜੀਆਂ ਦਾ ਹੈ, ਉਹੀ ਇਸ ਦੇ ਵਾਲੀ ਹਨ। ਨਾ ਕਿਸੇ ਦੇ ਮਾਰਿਆ ਮਰੇਗਾ ਤੇ ਨਾ ਹੀ ਕਿਸੇ ਦੇ ਬਚਾਇਆ ਬਚੇਗਾ। ਮਾਰਨਾ ਰੱਖਣਾ ਸਭ ਕਲਗੀਧਰ ਪਿਤਾ ਜੀ ਮਹਾਰਾਜ ਦੇ ਹੱਥ ਹੈ। ਸਹੀ ਕਹਿੰਦੇ ਹੋ ਸਿੰਘ ਜੀ, ਜਿਵੇਂ ਪੈਰ ਵਿੱਚ ਵੱਜੇ ਕੰਡੇ ਨੂੰ ਉਦੋਂ ਤਿੱਖਾ ਕੰਡਾ ਹੀ ਕੱਢਦਾ ਹੈ, ਤਿਵੇਂ ਹੀ ਜ਼ਕਰੀਏ ਜਿਹੇ ਕੰਡੇ ਨਾਦਰ ਕੱਢੇਗਾ। ਇਸ ਤਰ੍ਹਾਂ ਸਿੰਘਾਂ ਦੀਆਂ ਗੱਲਾਂ ਦਾ ਮਜ਼ਮੂਨ ਅੱਜ ਕੱਲ੍ਹ ਕੁਝ ਇਸ ਤਰ੍ਹਾਂ ਦਾ ਹੈ। ਖਾਲਸਾ ਜੀ ਪੰਥ ਦੀ ਪਾਤਸ਼ਾਹੀ ਬਸ ਨੇੜੇ ਹੀ ਹੈ। ਨਵਾਬ ਕਪੂਰ ਸਿੰਘ ਨੇ ਸਰਬੱਤ ਸਿੰਘ ਨੂੰ ਇਕੱਤਰ ਕੀਤਾ ਤੇ ਬੋਲੇ, ਨਾਦਰ ਕਾਬਲ ਤੋਂ ਐਸਾ ਤੁਰਿਆ ਕਿ ਦਿੱਲੀ ਤਖਤ ਦਾ ਮਾਲਕ ਬਣ ਬੈਠਾ ਹੈ। ਬਾਦਸ਼ਾਹ ਸ਼ਾਹ ਵਿੱਚ ਇੰਨੀ ਤਾਕਤ ਕਿੱਥੇ ਕਿ ਨਾਦਰ ਦਾ ਮੁਕਾਬਲਾ ਕਰ ਸਕੇ। ਸੋ ਤੁਸੀਂ ਕਮਰ ਕੱਸੇ ਕਰ ਲਓ। ਲੁੱਟਦੇ ਮਾਲ ਨਾਲ ਨਾਦਰ ਨੂੰ ਅਸੀਂ ਪੰਜਾਬ ਵਿੱਚੋਂ ਸੁੱਕਾ ਨਹੀਂ ਜਾਣ ਦੇਣਾ। ਕਹਿੰਦੇ ਨੇ 20 ਕਰੋੜ ਰੁਪਈਆ ਤਾਂ ਇਕੱਠਾ ਹੀ ਨਾਦਰ ਨੇ ਬਹਾਦਰ ਸ਼ਾਹ ਤੋਂ ਲੈ ਕੇ ਕਾਬਲ ਨੂੰ ਭੇਜਿਆ ਹੈ। ਨਾਲ ਹੀ ਬੇਸ਼ਕੀਮਤੀ ਤੋਹਫੇ, ਇੱਥੋਂ ਤੱਕ ਕਿ ਬਹੁਤ ਸਾਰੇ ਕੀਮਤੀ ਸਮਾਨ, ਕੀਮਤੀ ਬਰਤਨ ਵੀ ਉਸਨੇ ਆਪਣੇ ਦੇਸ਼ ਨੂੰ ਤੋਰ ਦਿੱਤੇ ਹਨ। 9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਤਖਤ, ਜਿਸ ਵਿੱਚ ਸੈਂਕੜੇ ਹੀਰੇ ਮੋਤੀ ਜੜੇ ਹੋਏ ਸਨ, ਇੱਕ ਵੱਡਾ ਪਾਂਡਵਾਂ ਵਾਲਾ ਹੀਰਾ, 2 ਬੇਸ਼ਕੀਮਤੀ ਲਾਲ ਜਿਨ੍ਹਾਂ ਦੀ ਰੋਸ਼ਨੀ ਵਿੱਚ ਬਾਦਸ਼ਾਹ ਕੁਰਾਨ ਪੜ੍ਹਦਾ ਹੁੰਦਾ ਸੀ, ਕੁਕੜੀ ਦੇ ਆਂਡੇ ਜਿੱਡਾ ਇੱਕ ਮੋਤੀ। ਤਾਨਸੇਨ ਦੇ ਬਦਲੇ ਅਕਬਰ ਨੇ ਜੋ 2 ਤੋਹਫੇ
ਆਗਰੇ ਨੂੰ ਰਾਜੇ ਨੂੰ ਦਿੱਤੇ ਸਨ। ਇੱਕ ਮਾਲਾ ਅਤੇ ਇੱਕ ਗੁਲਾਬੀ ਹੀਰਾ। ਉਹ ਕੀਮਤੀ ਮਾਲਾ ਤਾਂ ਕਹਿੰਦੇ ਨਾਦਰ ਨੇ ਆਪਣੇ ਤੀਰਾਂ ਵਾਲੇ ਭੱਥੇ ਨਾਲ ਬੰਨ੍ਹ ਰੱਖੀ ਹੈ। ਹੋਰ ਪਤਾ ਨਹੀਂ ਦਿੱਲੀ ਦੇ ਕਿੰਨੇ ਹੀ ਕਰੋੜਪਤੀ ਵਪਾਰੀਆਂ ਨੂੰ ਲੁੱਟਿਆ। ਗੱਲ ਕੀ ਨਾਦਰ ਨੇ ਦਿੱਲੀ ਤਖਤ ਕੋਲ ਦੀਵਿਆਂ ਵਿੱਚ ਪਾਉਣ ਜੋਗਾ ਤੇਲ ਵੀ ਨਹੀਂ ਛੱਡਿਆ। ਖਾਲਸਾ ਜੀ, ਅਸੀਂ ਇੱਥੇ ਜੱਥੇ ਬਣਾਵਾਂਗੇ ਤੇ ਨਾਦਰ ਦੇ ਕਾਫਲੇ ਨੂੰ ਕਈ ਥਾਵਾਂ ਤੋਂ ਸੰਨ ਲਾਵਾਂਗੇ। ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਦਿਆਂ ਕਿਹਾ। ਨਾਦਰ ਨੇ ਦਿੱਲੀ ਦੇ 22 ਸੂਬੇ ਲੁੱਟ ਲਏ ਹਨ ਤੇ ਇੱਧਰ ਸਿੰਘ ਨਾਦਰ ਨੂੰ ਹੀ ਲੁੱਟਣ ਦੀਆਂ ਸਕੀਮਾਂ ਘੜ ਰਹੇ ਹਨ। 22 ਸੂਬਿਆਂ ਦਾ ਧਨ ਕਿਸੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ, ਬਸ ਅਰਬਾਂ ਖਰਬਾਂ ਕਹਿ ਲਓ। ਇੰਜ ਜਾਪਦਾ ਸੀ ਕਿ ਦਿੱਲੀ ਨੇ ਸਾਰਾ ਧਨ ਨਾਦਰ ਲਈ ਹੀ ਇਕੱਠਾ ਕੀਤਾ ਸੀ। ਮਾਲ ਅਸਬਾਬ ਦੀ ਲੁੱਟ ਤੋਂ ਬਿਨਾਂ ਨਾਦਰ ਦੀ ਫੌਜ ਨੇ ਦਿੱਲੀ ਵਿੱਚ ਜੋ ਕਤਲੋ-ਗਾਰਤ ਮਚਾਈ ਉਸ ਦਾ ਵੀ ਕੋਈ ਅੰਤ ਨਹੀਂ। ਅਸਲ ਵਿੱਚ ਹੋਇਆ ਇਹ ਕਿ ਨਾਦਰ ਦੀ ਆਮਦ 'ਤੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ, ਜਿਨ੍ਹਾਂ ਵਿੱਚ ਇੱਕ ਇਹ ਸੀ ਕਿ ਜੁਮੇ ਦੇ ਦਿਨ ਬਾਦਸ਼ਾਹ ਨਮਾਜ਼ ਪੜ੍ਹਨ ਲਈ ਨਾਦਰ ਸ਼ਾਹ ਨੂੰ ਨਾਲ ਲੈ ਗਿਆ। ਕਿਸੇ ਨੇ ਅਫਵਾਹ ਫੈਲਾ ਦਿੱਤੀ ਕਿ ਬਾਦਸ਼ਾਹ ਦੀ ਸਕੀਮ ਹੈ ਕਿ ਨਮਾਜ਼ ਵਿੱਚ ਝੁਕੇ ਨਾਦਰ ਦਾ ਸਿਰ ਕਲਮ ਕਰ ਦਿੱਤਾ ਜਾਏਗਾ। ਇਹ ਗੱਲ ਕੁਝ ਭੰਗੜਾਂ ਤੋਂ ਨਾਦਰ ਦੇ ਸਿਪਾਹੀਆਂ ਨੇ ਸੁਣ ਲਈ ਤੇ ਨਾਦਰ ਨੂੰ ਜਾ ਦੱਸੀ। ਦੂਜੀ ਇੱਕ ਅਫਵਾਹ ਨਾਦਰ ਦੇ ਮਾਰੇ ਜਾਣ ਦੀ ਵੀ ਫੈਲ ਗਈ ਤੇ ਇਹ ਸੁਣ ਕੇ ਨਾਦਰ ਦੇ ਸਿਪਾਹੀਆਂ ਤੇ ਦਿੱਲੀ ਵਿੱਚ ਕਈ ਥਾਈਂ ਹਮਲੇ ਵੀ ਕੀਤੇ ਗਏ। ਨਾਦਰ ਇਹ ਕਿੱਥੇ ਸਹਾਰ ਸਕਦਾ ਸੀ। ਉਹ ਗੁੱਸੇ ਵਿੱਚ ਲਾਲ ਹੋ ਗਿਆ। ਕਤਲ ਕਰ ਦਿਓ ਸਾਰੀ ਦਿੱਲੀ। ਨਾਦਰ ਦੇ ਕਹਿਣ ਦੀ ਦੇਰ ਸੀ। ਕਾਬਲੀ ਸੈਨਾ ਨੇ ਐਸੀ ਤਲਵਾਰ ਵਾਹੀ ਕਿ ਇੱਕ ਦਿਨ ਵਿੱਚ ਹੀ ਦਿੱਲੀ ਵਿੱਚ ਲਗਭਗ 70,000 ਲੋਕ ਮੌਤ ਦੇ ਘਾਟ ਉਤਾਰੇ ਗਏ। ਕੋਈ ਨਾਦਰ ਨੂੰ ਜਾ ਕੇ ਇਹ ਨਾ ਕਹਿ ਸਕਿਆ ਕਿ ਮਹਾਰਾਜ ਇਹ ਕਤਲੇਆਮ ਰੋਕ ਦਿਓ। ਅੰਤ ਵਿੱਚ ਵਜ਼ੀਰ ਨੇ ਹੌਸਲਾ ਕੀਤਾ ਤੇ ਵਾਸਤਾ ਪਾਇਆ, ਹਜ਼ੂਰ, ਆਖਰ ਤੁਹਾਡੇ ਮੁਸਲਮਾਨ ਭਰਾ ਹੀ ਹਨ, ਰਹਿਮ ਕਰੋ। ਫਿਰ ਕਿਤੇ ਨਾਦਰ ਨੇ ਸੈਨਾ ਨੂੰ ਹਮਲਾ ਰੋਕ ਦੇਣ ਦਾ ਹੁਕਮ ਕੀਤਾ, ਪਰ ਤਦ ਤੱਕ ਮੁਸਲਮਾਨਾਂ ਹੱਥੋਂ ਹੀ ਹਜ਼ਾਰਾਂ ਮੁਸਲਮਾਨ ਕਤਲ ਹੋ ਚੁੱਕੇ ਸਨ। ਇੱਧਰ ਸਿੰਘਾਂ ਨੂੰ ਆਪਣੀ ਅਰਦਾਸ 'ਤੇ ਭਰੋਸਾ ਹੋਰ ਦ੍ਰਿੜ ਹੁੰਦਾ ਜਾ ਰਿਹਾ ਸੀ। ਉਹ ਅਕਸਰ ਕਹਿੰਦੇ ਸਨ ਕਿ ਖਾਲਸੇ ਦੀ ਫਰਿਆਦ ਸੁਣ ਕੇ ਹੀ ਅਕਾਲ ਪੁਰਖ ਜੀ ਨੇ ਨਾਦਰ ਸ਼ਾਹ ਨੂੰ ਹਿੰਦੁਸਤਾਨ ਵੱਲ ਤੋਰਿਆ ਹੈ। 1 ਸਾਲ ਦਿੱਲੀ ਨੂੰ ਲੁੱਟਣ ਕੁੱਟਣ ਤੋਂ ਮਗਰੋਂ ਨਾਦਰ ਨੇ ਕਰੋੜਾਂ ਅਰਬਾਂ ਦਾ ਧਨ ਤੇ ਹੋਰ ਮਾਲ ਅਸਬਾਬ ਲੱਦ ਕੇ ਕਈ ਕੋ ਲੰਮਾ ਕਾਫਲਾ ਤਿਆਰ ਕਰ ਲਿਆ। ਉਸਨੇ ਲਾਹੌਰ ਆ ਕੇ ਪੜਾਅ ਕਰਨਾ ਹੈ, ਪਰ ਸਿੰਘਾਂ ਨੇ 50 ਕੋ ਵਿੱਚ ਹੀ 20 ਦੇ ਕਰੀਬ ਹੱਲੇ ਕਰਕੇ ਨਾਦਰ ਦਾ ਬਹੁਤ ਧਨ ਤੇ ਹੋਰ ਪਦਾਰਥ ਲੁੱਟ ਲਏ ਹਨ। ਵੇਲਾ ਤਾਂ ਸ਼ਾਇਦ ਆਥਣ ਤੋਂ ਵੀ ਕੁਝ ਪਹਿਲਾਂ ਦਾ ਹੈ, ਪਰ ਕਾਲੇ ਬੋਲੇ ਬੱਦਲ ਛਾ ਜਾਣ ਕਾਰਨ ਜਾਪਦਾ ਹੈ ਕਿ ਰਾਤ ਪੈਣ ਵਾਲੀ ਹੈ। ਨਾਦਰ ਦੀ ਫੌਜ ਚਨਾਬ ਦੇ ਕੰਢੇ ਡੇਰਾ ਲਾ ਰਹੀ ਹੈ। ਕੁਝ ਹੋਰ ਹਨੇਰਾ ਹੋਇਆ ਤਾਂ ਬੱਦਲਾਂ ਨੇ ਗਰਜਣਾ ਸ਼ੁਰੂ ਕਰ ਦਿੱਤਾ। ਨਿੱਕੀ ਗਣੀ ਦਾ ਮੀਂਹ ਸ਼ੁਰੂ ਹੁੰਦੇ ਸਾਰ ਹੀ ਸਿੰਘਾਂ ਨੇ ਕਈ ਪਾਸਿਓਂ ਨਾਦਰ ਦੇ ਡੇਰੇ 'ਤੇ ਹੱਲਾ ਬੋਲ ਦਿੱਤਾ। ਸਿੰਘਾਂ ਦੀ ਅਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਹਨ। ਸਿੰਘਾਂ ਦੇ ਜੈਕਾਰਿਆਂ ਦੀ ਗੂੰਜ ਬੱਦਲਾਂ ਦੀ ਗਰਜ ਵਿੱਚ ਮਿਲ ਕੇ ਵੈਰੀਆਂ ਲਈ ਸਗੋਂ ਹੋਰ ਭੈ ਪੈਦਾ ਕਰ ਰਹੀ ਹੈ। ਇਸ ਮੂਸਲੇਧਾਰ ਮੀਂਹ ਵਿੱਚ ਸਿੰਘਾਂ ਦੇ ਭਾਰੀ ਹੱਲੇ ਨਾਲ ਨਾਦਰ ਦੀਆਂ ਜੇਤੂ ਖਵਾਉਂਦੀਆਂ ਫੌਜਾਂ 'ਤੇ ਤਾਂ ਮੰਨੋ ਕਹਿਰ ਢਹਿ ਪਿਆ ਹੈ। ਸਿੰਘਾਂ ਨੇ ਲੁੱਟ ਦਾ ਮਾਲ ਘੋੜਿਆਂ 'ਤੇ ਲੱਦਿਆ ਤੇ ਮੁਗਲਾਂ ਦਾ ਲਹੂ ਵਹਾਉਂਦੇ ਹੋਏ ਹਰਨ ਹੋ ਗਏ। ਮਾਲ ਲੁੱਟੇ ਜਾਣ ਨਾਲੋਂ ਵੀ ਨਾਦਰ ਸ਼ਾਹ ਨੂੰ ਇਹ ਫਿਕਰ ਵੱਧ ਸਤਾ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੋਈ ਮੇਰੇ ਅੱਗੇ ਕੁਸਕ ਨਹੀਂ ਸਕਿਆ। ਆਖਰ ਇਹ ਹਨ ਕੌਣ ਜਿਨ੍ਹਾਂ ਐਡੀ ਦਲੇਰੀ ਕੀਤੀ ਤੇ ਮੇਰੇ ਕਾਫਲੇ ਨੂੰ ਹੀ ਕਈ ਵਾਰ ਲੁੱਟ ਲਿਆ। 2 ਰਾਤਾਂ ਬੀਤ ਜਾਣ ਮਗਰੋਂ ਸਿੰਘ ਤੀਜੀ ਰਾਤ ਮੁੜ ਹੱਲਾ ਕੀਤਾ ਤੇ ਨਾਦਰ ਦੀਆਂ ਫੌਜਾਂ ਦੀ ਨੀਂਦ ਉਡਾ ਦਿੱਤੀ। ਇਸ ਹੱਲੇ ਵਿੱਚ ਉਹਨਾਂ ਹਿੰਦੁਸਤਾਨ ਵਿੱਚੋਂ ਨਾਦਰ ਵੱਲੋਂ ਕੈਦ ਕਰਕੇ ਲਿਆਂਦੀਆਂ ਹਜ਼ਾਰਾਂ ਕੁੜੀਆਂ ਨੂੰ ਛੁਡਵਾਇਆ ਤੇ ਨਾਲ ਹੀ ਨਾਦਰ ਦੀ ਫੌਜ ਦਾ ਹਥਿਆਰਾਂ ਦਾ ਜ਼ਖੀਰਾ ਵੀ ਸਿੰਘਾਂ ਹੱਥ ਲੱਗ ਗਿਆ। ਲਾਹੌਰ ਪਹੁੰਚ ਕੇ ਨਾਦਰ ਨੇ ਜਦ ਆਪਣਾ ਕਾਫਲਾ ਦੇਖਿਆ ਤਾਂ ਉਸਨੂੰ ਪਤਾ ਲੱਗਾ
ਕਿ ਜਿੱਡਾ ਕਾਫਲਾ ਦਿੱਲੀ ਤੋਂ ਤੁਰਿਆ ਹੈ, ਇਹ ਤਾਂ ਉਸ ਤੋਂ ਅੱਧਾ ਹੀ ਰਹਿ ਗਿਆ ਹੈ। ਨਾਦਰ ਸ਼ਾਹ ਅੰਦਰ ਗੁੱਸੇ, ਫਿਕਰ ਤੇ ਡਰ ਦੇ ਭਾਵ ਇਕੱਠੇ ਚੱਲ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ।